ਵਾਹਿਗੁਰੂ ਜੀ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ। ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁਖ ਸੁਖ ਤੁਝ ਹੀ ਪਾਸ। ਜੇ ਸਭ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜੋ ਦੀਨ ਦੁਨੀਆ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋ ਕੇ ਜੋ ਸਮੁੱਚੀ ਸੰਗਤ ਕਾਬਲ ਅਫਗਾਨਿਸਤਾਨ ਦੀ ਸੰਗਤ ਦੇ ਵੱਲੋਂ ਸਰਬੱਤ ਦਾ ਭਲਾ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ, ਉਸ ਸਮਾਗਮ ਵਿੱਚ ਆਪ ਜੀ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਗੁਰੂ ਸਵਾਰੇ ਖਾਲਸਾ ਜੀ, ਅੱਜ ਦਾ ਜੋ ਦਿਨ ਹੈ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਉਹਨਾਂ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਸੰਗਤ ਮਨਾ ਰਹੀ ਆ। ਗੁਰਮੁਖੋ, ਅਸੀਂ ਬੜੇ ਚਾਵਾਂ ਨਾਲ ਗੁਰੂ ਸਾਹਿਬਾਨਾਂ ਦੇ ਦਿਨ ਮਨਾਉਂਦੇ ਹਾਂ, ਮਨਾਉਣੇ ਵੀ ਚਾਹੀਦੇ ਆ। ਅਸੀਂ ਵੱਡੇ ਵੱਡੇ ਬੋਰਡਾਂ 'ਤੇ ਲਿਖ ਵੀ ਦਿੰਦੇ ਹਾਂ 300 ਸਾਲ ਗੁਰੂ ਦੇ ਨਾਲ, 400 ਸਾਲ ਗੁਰੂ ਦੇ ਨਾਲ, ਪਰ ਸੱਚ ਜਾਣਿਓ, ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ, ਅਸੀਂ 1 ਘੰਟਾ ਵੀ ਗੁਰੂ ਦੇ ਨਾਲ ਨਹੀਂ ਬਿਤਾਉਂਦੇ। ਜੀਵਨ ਉਦੋਂ ਹੀ ਸਫਲ ਹੋਣਾ ਜਦੋਂ ਆਪਣਾ ਜੀਵਨ ਅੰਦਰਲਾ ਮਨ ਗੁਰੂ ਦੇ ਨਾਲ ਜੁੜ ਜਾਏ। ਜਿਸ ਗੁਰੂ ਦੀ ਗੱਲ ਕਰੀਏ, ਜਿਸ ਗੁਰਪੁਰਬ ਦੀ ਗੱਲ ਕਰੀਏ, ਉਸ ਗੁਰੂ ਦੇ ਬਾਰੇ ਜਾਣਕਾਰੀ ਵੀ ਹੋਵੇ, ਉਸ ਗੁਰੂ ਦੀ ਦਿੱਤੀ ਸਿੱਖਿਆ ਵੀ ਮਨ 'ਚ ਵਸਾਈ ਜਾਏ, ਤੇ ਜੀਵਨ ਦੀ ਸਫਲਤਾ ਹੈ। ਆਓ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੇ ਜੀਵਨ ਬਾਰੇ ਕੁਝ ਸਮਾਂ ਜਿੰਨਾ ਵੀ ਆਪਣਾ ਹੈ, ਉਸ ਦੇ ਇਤਿਹਾਸ ਨਾਲ ਜੁੜੀਏ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸਿੱਖਾਂ ਦੇ ਦੂਸਰੇ ਗੁਰੂ ਹੋਏ ਹਨ। ਪਹਿਲੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ, ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ। ਆਪ ਜੀ ਦਾ ਪ੍ਰਕਾਸ਼ ਇੱਕ ਸਧਾਰਨ ਘਰ ਵਿੱਚ ਨਗਰ ਪਿੰਡ ਮੱਤੇ ਦੀ ਸਰਾਂ, ਮੁਕਤਸਰ ਸਾਹਿਬ ਦੇ ਲਾਗੇ ਹੋਇਆ, ਪੰਜਾਬ ਵਿੱਚ ਪੈਂਦਾ ਹੈ। ਆਪ ਜੀ ਦੇ ਪਿਤਾ ਦਾ ਨਾਮ ਬਾਬਾ ਫੇਰੂ ਮੱਲ ਜੀ ਸੀ। ਬਾਬਾ ਫੇਰੂ ਮੱਲ ਜੀ ਅਤੇ ਮਾਤਾ ਦਇਆ ਕੌਰ ਦੀ ਪਾਵਨ ਕੁੱਖੋਂ ਬਾਬਾ ਫੇਰੂ ਮੱਲ ਦੇ ਗ੍ਰਹਿ ਵਿਖੇ 1504 ਵਿੱਚ ਆਪ ਜੀ ਦਾ ਪ੍ਰਕਾਸ਼ ਹੋਇਆ। ਜਿਸ ਵੇਲੇ ਮਾਪਿਆਂ ਦੇ ਘਰ ਪੁੱਤਰ ਦਾ ਜਨਮ ਹੋਇਆ, ਸਾਰੇ ਮਾਪੇ ਆਪਣੇ ਬੱਚਿਆਂ ਦੀ ਜਨਮ ਦੇ ਉੱਤੇ ਖੁਸ਼ੀ ਮਨਾਉਂਦੇ ਆ। ਇਸ ਪਰਿਵਾਰ ਨੇ ਵੀ ਬੜੀ ਖੁਸ਼ੀ ਮਨਾਈ, ਬੜੇ ਚਾਵਾਂ ਦੇ ਨਾਲ ਆਪਣੇ ਪੁੱਤਰ ਨੂੰ ਪਾਲਿਆ।
ਗੁਰੂ ਅੰਗਦ ਦੇਵ ਜੀ ਦਾ ਜਦੋਂ ਜੀਵਨ ਪੜ੍ਹਦੇ ਹਾਂ ਸੁਣਦੇ ਹਾਂ ਤਾਂ ਬੜੀ ਹੈਰਾਨੀ ਹੁੰਦੀ ਹੈ। ਗੁਰਮੁਖੋ ਇਹਨਾਂ ਦਾ ਬਚਪਨ ਦਾ ਨਾਮ ਭਾਈ ਲਹਿਣਾ ਰੱਖਿਆ ਗਿਆ। ਪਿਤਾ ਜੀ ਪੜ੍ਹੇ ਲਿਖੇ ਸਨ, ਪਹਿਲਾਂ ਨੌਕਰੀ ਵੀ ਕਰਦੇ ਰਹੇ ਸਰਕਾਰੀ, ਪਰ ਬਾਅਦ ਵਿੱਚ ਆਪਣਾ ਬਿਜ਼ਨਸ ਕਰ ਲਿਆ, ਕੰਮਕਾਰ ਕਰਦੇ ਰਹੇ। ਉਹਨਾਂ ਆਪਣੇ ਬੱਚੇ ਨੂੰ ਵੀ ਪੜ੍ਹਾਇਆ। ਲਹਿਣਾ ਨਾਮ ਇਸ ਕਰਕੇ ਰੱਖਿਆ, ਕੰਮਕਾਰ ਵਾਲੇ ਸਨ, ਬਿਜ਼ਨਸ ਵਾਲੇ ਸਨ, ਨਾਮਾਂ ਦੇ ਪਿੱਛੇ ਭਾਵਨਾ ਛੁਪੀ ਹੁੰਦੀ ਹੈ। ਉਹਨਾਂ ਦੇ ਮਨ ਵਿੱਚ ਸੀ ਵੀ ਮੇਰਾ ਪੁੱਤਰ ਲੈਣਦਾਰ ਹੀ ਰਵੇ, ਜ਼ਿੰਦਗੀ ਵਿੱਚ ਕਦੇ ਦੇਣ ਵਾਲਾ ਨਾ ਬਣੇ, ਕਿਸੇ ਦਾ ਦੇਣਾ ਨਾ ਹੋਵੇ ਨੇ। ਇਸ ਲਈ ਇਹਨਾਂ ਦਾ ਨਾਂ ਲਹਿਣਾ ਰੱਖਿਆ। ਘਰ ਵਿੱਚ ਜੋ ਮਾਹੌਲ ਸੀ ਉਹਨਾਂ ਦੇ ਪਿਤਾ ਦਾ, ਉਹਨਾਂ ਦੇ ਪਿਤਾ ਬਾਬਾ ਫੇਰੂ ਮੱਲ ਜੀ ਵੈਸ਼ਨੋ ਦੇਵੀ ਦੇ ਉਪਾਸ਼ਕ ਸਨ। ਪੰਜਾਬ ਵਿੱਚ ਪਹਿਲਾਂ ਵੀ ਤੇ ਹੁਣ ਵੀ ਬਹੁਤ ਸਾਰੇ ਲੋਕ ਐਸੇ ਹੈ ਜਿਹੜੇ ਵੱਖੋ ਵੱਖਰੇ ਮਤ ਮਤਾਂਤਰਾਂ ਦੇ, ਇਹੀ ਪੰਜਾਬ ਦੀ ਖੂਬਸੂਰਤੀ ਹੈ। ਉੱਥੇ ਕੋਈ ਰਾਮ ਰਾਮ ਕਹਿੰਦਾ, ਕੋਈ ਅੱਲਾ ਅੱਲਾ ਕਹਿੰਦਾ। ਉਹਨਾਂ ਨੂੰ ਸਭਨਾਂ ਨੂੰ ਉੱਥੇ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ। ਬਾਣੀ 'ਚ ਲਿਖਿਆ ਕੋਈ ਬੋਲਾ ਰਾਮ ਰਾਮ, ਕੋਈ ਖੁਦਾਏ, ਕੋਈ ਸੇਵ ਹੈ ਗੁਸਈਆਂ, ਕੋਈ ਅੱਲਾ ਹੈ। ਬਾਬਾ ਫੇਰੂ ਮੱਲ ਜੀ ਵੈਸ਼ਨੋ ਦੇਵੀ ਦੇ ਉਪਾਸ਼ਕ ਸਨ। ਉਹਨਾਂ ਦੀ ਸ਼ਰਧਾ ਭਾਵਨਾ ਵੇਖ ਕੇ ਨਗਰ ਦੇ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਮੁਖੀਆ ਥਾਪ ਦਿੱਤਾ ਸੀ। ਹਰ ਸਾਲ ਆਪ ਜੀ ਆਪਣੇ ਨਗਰੋਂ ਜਥਾ ਲੈ ਕੇ ਦੇਵੀ ਦੇ ਉੱਤੇ ਜਾਣਾ। ਕਈ ਸਾਲ ਆਪ ਜੀ ਦੇ ਪਿਤਾ ਜੀ ਜਾਂਦੇ ਰਹੇ। ਉਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਦੇ ਪੁੱਤਰ ਜਿਨ੍ਹਾਂ ਦਾ ਨਾਮ ਭਾਈ ਲਹਿਣਾ ਸੀ, ਉਹਨਾਂ ਨੇ ਉਹ ਜ਼ਿੰਮੇਵਾਰੀ ਸਾਂਭ ਲਈ, ਕਿਉਂਕਿ 1526 ਵਿੱਚ ਬਾਬਾ ਫੇਰੂ ਮੱਲ ਜੀ ਸੱਚਖੰਡ ਪਿਆਨਾ ਕਰ ਜਾਂਦੇ ਆ। ਉਸ ਤੋਂ ਬਾਅਦ ਇਹਨਾਂ ਦੇ ਪੁੱਤਰ ਭਾਈ ਲਹਿਣਾ ਜੀ ਇਹ ਸਾਰੀ ਜ਼ਿੰਮੇਵਾਰੀ ਸਾਂਭਦੇ ਆ। 6 ਸਾਲ ਗੁਰੂ ਅੰਗਦ ਨਹੀਂ ਸੀ ਬਣੇ। ਬਾਬਾ ਲਹਿਣਾ ਜੀ, ਭਾਈ ਲਹਿਣਾ ਜੀ ਆਪ ਹੱਥ ਵਿੱਚ ਦੇਵੀ ਦਾ ਝੰਡਾ ਫੜ ਕੇ, ਆਪਣੇ ਲੋਕਾਂ ਨੂੰ ਨਾਲ ਲੈ ਕੇ, ਜੱਥੇ ਨੂੰ ਨਾਲ ਲੈ ਕੇ, ਜਿੱਥੇ ਜੰਮੂ ਦੇ ਵਿੱਚ ਇਹਨਾਂ ਦਾ ਸਥਾਨ ਬਣਿਆ ਹੋਇਆ ਦੇਵੀ ਦਾ, ਉੱਥੇ ਦੇਵੀ ਨੂੰ ਨਾਲ ਲੈ ਕੇ ਜਾਂਦੇ ਰਹੇ। ਪਰ ਗੁਰਮੁਖੋ ਗੁਰੂ ਦਾ ਸ਼ਬਦ ਐਸਾ ਹੈ, ਗੁਰੂ ਕਾ ਸ਼ਬਦ ਜਿਹਦੇ ਵੀ ਜੀਵਨ ਵਿੱਚ ਆ ਗਿਆ, ਜੀਵਨ ਦੇ ਵਿੱਚ ਤਬਦੀਲੀ ਕਰ ਦਿੱਤੀ। ਅਸੀਂ ਕਹਿੰਦੇ ਹਾਂ ਨਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜਿਹੜਾ ਵੀ ਬਾਣੀ ਨਾਲ ਜੁੜਿਆ, ਬਾਣੀ ਨੇ ਉਹਦਾ ਜੀਵਨ ਬਦਲਿਆ। ਅਸੀਂ ਅੱਜ ਆਖਦੇ ਹਾਂ ਜੀ ਕਿਵੇਂ ਬਦਲਿਆ, ਪਹਿਲਾਂ ਤੋਂ ਹੀ ਉਦਾਹਰਨਾਂ ਮਿਲਦੀਆਂ। ਬਾਣੀ ਦੇ ਰਾਹੀਂ ਜੀਵਨ ਬਦਲਿਆ। ਉਹਨਾਂ ਦੇ ਵਿੱਚੋਂ ਇੱਕ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਨੂੰ ਭਾਈ ਲਹਿਣਾ ਜੀ ਕਹਿੰਦੇ ਆ, ਉਹਨਾਂ ਦਾ ਵੀ ਜੀਵਨ ਹੈ। ਆਪ ਜੀ ਆਪਣੇ ਜਥੇ ਦੇ ਸਮੇਤ ਇੱਕ ਵਾਰ ਜਾ ਰਹੇ ਸਨ ਦੇਵੀ ਦੇ ਦਰਸ਼ਨਾਂ ਨੂੰ। ਇਹਨਾਂ ਨੇ ਖਡੂਰ ਦੇ ਰਹਿਣ ਵਾਲੇ ਇੱਕ ਭਾਈ ਜੋਧ ਦੇ ਕੋਲੋਂ, ਇਹਨਾਂ ਨੇ ਜਦੋਂ ਜਾਣਾ ਸੀ ਨਾ, ਅੱਗੇ ਲੰਘਣਾ ਸੀ ਆਪਣੇ ਜਥੇ ਸਮੇਤ, ਬਾਬਾ ਲਹਿਣਾ ਜੀ ਨੇ ਸਵੇਰ ਵੇਲੇ ਉੱਠ ਕੇ ਜਦੋਂ ਤਲਾਅ ਦੇ ਉੱਤੇ ਇਸ਼ਨਾਨ ਕਰਨ ਗਏ, ਰਸਤੇ ਵਿੱਚ ਇੱਕ ਸਿੱਖ ਦੇ ਕੋਲੋਂ ਬਾਣੀ ਸੁਣੀ ਕੰਨ ਦੇ ਵਿੱਚ। ਗੁਰਬਾਣੀ ਸੁਣਨ ਸਾਰ ਜੀਵਨ ਕੈਸੇ ਬਦਲਦਾ ਹੈ। ਉਹ ਗੁਰੂ ਕੇ ਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ। ਮਿੱਠੀ ਆਵਾਜ਼, ਸੁਰੀਲਾ ਕੰਠ, ਤੁਰਕੀ ਅੰਮ੍ਰਿਤਮਈ ਪਾਵਨ ਬਾਣੀ। ਉਸ ਤੋਂ ਬਾਅਦ ਆਸਾ ਕੀ ਵਾਰ ਦੀ ਬਾਣੀ ਪੜ੍ਹ ਰਹੇ ਸਨ। ਜਿਸ ਵੇਲੇ ਭਾਈ ਲਹਿਣਾ ਜੀ ਨੇ ਬਾਣੀ ਸੁਣੀ, ਉਸ ਵੇਲੇ ਭਾਈ ਜੋਧ ਜੀ ਇਹ ਬਾਣੀ ਆਸਾ ਕੀ ਵਾਰ ਦੀ ਪੌੜੀ ਪੜ੍ਹ ਰਹੇ ਸਨ। ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਚੰਗਾ ਆਪਣਾ, ਜਿਹੜੀ ਉਹ ਪੜ੍ਹ ਰਹੇ ਸਨ, ਇਹਦੇ ਅਰਥ ਇਹ ਨਿਕਲਦੇ ਆ ਕਿ ਜਿਹਨੂੰ ਸੇਵ ਕੇ ਜਿਤ ਸੇਵਿਆ ਸੁਖ ਪਾਈਐ, ਜਿਹਦੀ ਸੇਵਾ ਕੀਤਿਆਂ ਸੁਖ ਮਿਲੇ, ਉਹ ਸਾਹਿਬ ਨੂੰ ਹਮੇਸ਼ਾ ਸੰਭਾਲੋ, ਯਾਦ ਕਰੋ। ਜੋ ਵੀ ਅਸੀਂ ਕਰਦੇ ਹਾਂ ਗੁਰਮੁਖੋ, ਉਹਦਾ ਫਲ ਭੋਗਣਾ ਪੈਂਦਾ ਹੈ।
ਔਰ ਜੀਵ ਨੂੰ ਆਪਣੇ ਜੀਵਨ ਦੇ ਵਿੱਚ ਦੇ ਲੰਮੀ ਨਦਰ ਨਿਹਾਲੀ ਹੈ। ਜਿਤ ਕੀਤਾ ਪਾਈ ਹੈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ। ਕਿਛ ਲਾਹੇ ਉੱਪਰ ਘਾਲੀ ਹੈ ਐ ਜੀਵ, ਕੋਈ ਲਾਹੇ ਦਾ ਕੰਮ ਕਰ। ਐਸਾ ਕੰਮ ਕਦੇ ਨਾ ਕਰੀ ਜਿਹਦੇ ਕੀਤਿਆਂ ਤੈਨੂੰ ਕੱਲ੍ਹ ਨੂੰ ਮਾਰਾਂ ਪੈਣ ਅਤੇ ਲੇਖਾ ਦੇਣਾ ਔਖਾ ਹੋ ਜਾਏ। ਜਦੋਂ ਇਹਨਾਂ ਨੇ ਇਹ ਪਾਵਨ ਬਾਣੀ ਸੁਣੀ, ਗੁਰਮੁਖੋ ਭਾਈ ਲਹਿਣਾ ਜੀ ਕਿੰਨਾ ਸਮਾਂ ਰੁਕੇ ਰਹੇ। ਜਦੋਂ ਭਾਈ ਜੋਧ ਨੇ ਬਾਣੀ ਪੜ੍ਹ ਕੇ ਹਟੇ, ਸੰਪੂਰਨ ਕਰ ਲਈ ਬਾਣੀ, ਭਾਈ ਜੋਧ ਉਹਨਾਂ ਦੇ ਕੋਲ ਗਏ। ਗੁਰਮੁਖੋ, ਇਹ ਜਿਹੜੇ ਤੁਸੀਂ ਕਲਾਮ ਪੜ੍ਹ ਰਹੇ ਸੀ, ਇਹ ਜਿਹੜੇ ਸ਼ਬਦ ਪੜ੍ਹ ਰਹੇ ਸੀ, ਇਹ ਕਿਹਦੇ ਆ? ਉਹਨਾਂ ਆਖਿਆ ਇਹ ਪਾਵਨ ਬਾਣੀ ਹੈ, ਤੁਰਕੀ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ। ਉਹ ਕੌਣ ਨੇ? ਉਹਨਾਂ ਆਖਿਆ ਕਰਤਾਰਪੁਰ ਦੀ ਧਰਤੀ ਉੱਤੇ ਰਹਿੰਦੇ ਹੈ, ਜਿਨ੍ਹਾਂ ਨੂੰ ਸਿੱਖ ਇੱਕ ਬਾਬਾ ਅਕਾਲ ਰੂਪ ਕਹਿੰਦੇ ਹੈ। ਸਿੱਖਾਂ ਦੇ ਅੰਦਰ ਭਾਵਨਾ ਹੈ ਕਿ ਮੇਰਾ ਗੁਰੂ ਨਾਨਕ ਖੁਦ ਪਰਮਾਤਮਾ, ਖੁਦ ਰੱਬ ਹੈ, ਅਤੇ ਉਸ ਰੱਬ ਦੇ ਮੂੰਹੋਂ ਇਹ ਨਿਕਲੀ ਹੋਈ ਬਾਣੀ ਤੁਰਕੀ ਬਾਣੀ ਹੈ। ਇਹਨਾਂ ਦੇ ਮਨ ਵਿੱਚ ਹਲਚਲ ਮਚ ਗਈ ਕਿ ਮੈਂ ਕਈ ਸਾਲ ਹੋ ਗਏ, ਕਿੱਡੀ ਉਮਰ ਹੋ ਗਈ। ਸਾਧ ਸੰਗਤ ਲਗਭਗ 28 ਸਾਲ ਦੇ ਸਨ ਉਸ ਵੇਲੇ, ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਇਹਨਾਂ ਦੀ ਮੁਲਾਕਾਤ ਹੋਈ। ਇੰਨੀ ਉਮਰ ਹੋ ਗਈ, ਇੰਨੇ ਸਾਲ ਪਹਿਲਾਂ ਪਿਤਾ ਦੇ ਨਾਲ, ਫਿਰ ਆਪ ਮੁਖੀ ਬਣ ਕੇ ਦੇਵੀ ਦੇ ਅਸਥਾਨਾਂ 'ਤੇ ਜਾਂਦਾ ਰਿਹਾ, ਦੇਵੀ ਦੀਆਂ ਭੇਟਾਂ ਗਾਉਂਦਾ ਰਿਹਾ, ਘਰ ਦੇ ਵਿੱਚ ਰਾਤੀ ਜਗਾ ਕਰਦਾ ਰਿਹਾ, ਪਰ ਅੱਜ ਤੱਕ ਸੁੱਖ ਤੇ ਕਦੇ ਮਿਲਿਆ ਨਹੀਂ। ਉਹ ਕਿਹੜਾ ਸੁੱਖ ਹੈ? ਇਹ ਸੋਚਦਿਆਂ ਸੋਚਦਿਆਂ ਇਹ 'ਤੇ ਬਾਣੀ ਸੁਣੀ ਸੀ। ਇੱਕ ਗੁਰਸਿੱਖ ਦਾ ਜੀਵਨ ਉਹਨਾਂ ਵੇਖਿਆ ਵੀ ਸੀ। ਭਾਈ ਲਹਿਣੇ ਦੇ ਜੀਵਨ ਵਿੱਚ 2 ਐਸੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਪੂਰਾ ਹੀ ਜੀਵਨ ਬਦਲ ਦਿੱਤਾ। ਲੰਘੇ ਜਾ ਰਹੇ ਸਨ, ਇਹਨਾਂ ਕੀ ਵੇਖਿਆ ਸੀ? ਇੱਕ ਸਿੱਖ ਜਿਹਦੇ ਘਰੇ ਬਹੁਤ ਗਰੀਬੀ ਸੀ, ਉਹਦੇ ਘਰ ਇੱਕ ਫਕੀਰ ਆ ਗਿਆ। ਉਹਨੇ ਆ ਕੇ ਆਵਾਜ਼ ਮਾਰੀ, ਗੁਰਮੁਖੋ ਭੁੱਖਿਆਂ ਕੁਝ ਖਾਣ ਨੂੰ ਦਿਓ। ਉਹ ਗੁਰਸਿੱਖ ਦੇ ਘਰ 3 ਪ੍ਰਸ਼ਾਦੇ ਸਨ, ਉਹਨਾਂ 2 ਉਸ ਫਕੀਰ ਨੂੰ ਦੇ ਦਿੱਤੇ, ਅਤੇ ਇੱਕ ਪ੍ਰਸ਼ਾਦਾ ਅੱਧਾ ਆਪ ਲੈ ਲਿਆ, ਅੱਧਾ ਉਹਦੀ ਘਰਵਾਲੀ ਨੇ ਲੈ ਲਿਆ। ਥੋੜ੍ਹੀ ਦਾਲ ਨਾਲ ਅੱਧਾ ਪ੍ਰਸ਼ਾਦਾ ਖਾ ਕੇ ਗੁਜ਼ਾਰਾ ਕੀਤਾ। ਭਾਈ ਲਹਿਣੇ ਨੇ ਇਹ ਗੁਰਸਿੱਖ ਨੂੰ ਵੇਖਿਆ ਵੀ ਗੁਰੂ ਨਾਨਕ ਦਾ ਸਿੱਖ ਸੀ। ਇੱਕ ਸਿੱਖ ਦੇ ਕੋਲੋਂ ਬਾਣੀ ਸੁਣੀ, ਇੱਕ ਸਿੱਖ ਦੇ ਕੋਲੋਂ ਜੀਵਨ ਵੇਖਿਆ ਗੁਰੂ ਨਾਨਕ ਦੇ ਸਿੱਖਾਂ ਦਾ। ਜੀਵਨ ਵਿੱਚ ਪਲਟ ਆ ਗਿਆ ਮਨਾ। ਜਿਹੜੇ ਗੁਰੂ ਦੀ ਬਾਣੀ ਐਸੀ ਕਮਾਲ ਹੈ, ਜਿਸ ਗੁਰੂ ਦੇ ਸਿੱਖਾਂ ਦਾ ਜੀਵਨ ਐਸਾ ਕਮਾਲ ਹੈ, ਉਸ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਆ। ਇਸ ਵਾਰ ਆਪਣੇ ਸਾਥੀਆਂ ਦੇ ਨਾਲ ਜਿਸ ਵੇਲੇ ਚਾਲਾ ਪਾਉਣ ਲੱਗੇ ਨਾ ਮਾਈ ਦੇ ਜਾਣ ਲਈ, ਆਪਣੇ ਸਾਥੀਆਂ ਨੂੰ ਕਹਿਣ ਲੱਗੇ, ਗੁਰਮੁਖੋ ਮੈਂ ਗੁਰੂ ਨਾਨਕ ਦੇਵ ਮਹਾਰਾਜ ਦੇ ਵੀ ਦਰਸ਼ਨ ਕਰਨੇ ਆ। ਕਹਿਣ ਲੱਗੇ ਵੀ ਸਵੇਰ ਨੂੰ ਚੱਲਾਂਗੇ ਆਪਾਂ, ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰ ਲਓ। ਇਹ ਘੋੜੀ ਉੱਤੇ ਸਵਾਰ ਹੋ ਕੇ ਆਪਣੇ ਨਗਰ ਤੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਗਏ। ਜਦੋਂ ਕਰਤਾਰਪੁਰ ਸਾਹਿਬ ਦੇ ਹੱਦ ਵਿੱਚ ਗਏ, ਥੋੜ੍ਹੀ ਦੂਰ ਰਹਿ ਗਿਆ, ਮਨ ਵਿੱਚ ਕਸ਼ਮਕਸ਼ ਬੜੀ ਚੱਲ ਰਹੀ ਸੀ, ਦੇਵੀ ਦੇ ਇਸ ਵਾਰ ਜਾਵਾਂ ਕਿ ਨਾ ਜਾਵਾਂ, ਜਾਵਾਂ ਜਾਂ ਨਾ ਜਾਵਾਂ, ਇਉਂ ਸੋਚਦੇ ਜਾ ਰਹੇ ਸਨ। ਅੱਗੇ ਇੱਕ ਬਜ਼ੁਰਗ ਮਿਲਿਆ, ਗੁਰਮੁਖੋ ਬਜ਼ੁਰਗ ਮਿਲਿਆ। ਬਜ਼ੁਰਗ ਨੂੰ ਭਾਈ ਲਹਿਣੇ ਨੇ ਪੁੱਛਿਆ, ਬਜ਼ੁਰਗੋ ਮੈਂ ਗੁਰੂ ਨਾਨਕ ਦੇ ਘਰੇ ਜਾਣਾ ਹੈ, ਕਿਰਪਾ ਕਰੋ ਮੈਨੂੰ ਰਾਹ ਦੱਸ ਦਿਓ ਕਿ ਗੁਰੂ ਨਾਨਕ ਦਾ ਘਰ ਕਿੱਧਰ ਨੂੰ ਹੈ। ਬਜ਼ੁਰਗ ਨੇ ਇਹਨਾਂ ਦੇ ਚਿਹਰੇ ਵੱਲ ਵੇਖਿਆ ਅਤੇ ਆਖਿਆ, ਗੁਰਮੁਖੋ ਜੇ ਮੈਂ ਤੁਹਾਨੂੰ ਰਾਹ ਦੱਸ ਦਿੱਤਾ ਨਾ, ਹੋ ਸਕਦਾ ਤੁਸੀਂ ਫੇਰ ਭਟਕ ਜਾਓ, ਹਜੇ ਤੁਸੀਂ ਕਸ਼ਮਕਸ਼ ਵਿੱਚ ਹੋ। ਇਉਂ ਕਰੋ ਘੋੜੀ ਦੀ ਲਗਾਮ ਮੈਨੂੰ ਫੜਾ ਦਿਓ, ਮੈਂ ਵੀ ਉੱਧਰ ਹੀ ਚੱਲਾਂ, ਤੁਹਾਨੂੰ ਰਾਹ ਵੀ ਦੱਸ ਦਿਆਂਗਾ ਅਤੇ ਤੁਸੀਂ ਮੰਜ਼ਿਲ 'ਤੇ ਪਹੁੰਚ ਜਾਓਗੇ। ਗੁਰਮੁਖੋ ਸੱਚ ਜਾਣਿਓ, ਜਿਹਨੇ ਗੁਰੂ ਨੂੰ ਆਪਣੀ ਜ਼ਿੰਦਗੀ ਦੀ, ਆਪਣੇ ਆ ਦੇਹ ਵੀ ਇੱਕ ਤਰ੍ਹਾਂ ਦੀ ਘੋੜੀ ਹੈ, ਜਿਹਨੇ ਤਾਂ ਫੜਾ ਦਿੱਤੀ ਲਗਾਮ ਗੁਰੂ ਨੂੰ, ਉਹ ਤੇ ਪਹੁੰਚ ਗਿਆ ਮੰਜ਼ਿਲ 'ਤੇ, ਅਤੇ ਜਿਸ ਨੇ ਇਹਦੀ ਲਗਾਮ ਆਪਣੇ ਮਨ ਦੇ ਹੱਥ ਰੱਖੀ, ਉਹ ਕਦੇ ਮੰਜ਼ਿਲ 'ਤੇ ਨਹੀਂ ਪਹੁੰਚਿਆ। ਭਾਈ ਲਹਿਣੇ ਨੇ ਉਸ ਬਜ਼ੁਰਗ ਨੂੰ ਘੋੜੀ ਦੀ ਲਗਾਮ ਫੜਾਈ। ਬਜ਼ੁਰਗ ਅੱਗੇ ਜਾਂਦੇ ਜਾਂਦੇ ਉਸ ਟਿਕਾਣੇ ਪਹੁੰਚ ਗਏ ਜਿੱਥੇ ਭਾਈ ਲਹਿਣੇ ਨੇ ਪਹੁੰਚਣਾ ਹੈ, ਅਤੇ ਉਹਨਾਂ ਬਜ਼ੁਰਗਾਂ ਨੇ ਆਖਿਆ, ਭਾਈ ਗੁਰਮੁਖੋ ਉੱਥੇ ਆਪਣੀ ਘੋੜੀ ਬੰਨ੍ਹ ਦਿਓ, ਹੱਥ ਪੈਰ ਧੋ ਲਓ, ਉਹ ਸਾਹਮਣੇ ਲੰਗਰ ਚੱਲਦਾ, ਲੰਗਰ ਛਕ ਲਓ,
थोड़ा आराम कर लो तो उस तो बाद ਉਹ रस्ते चले जाओ, ਜਿਹਨੂੰ मिलना है वो ਤੁਹਾਨੂੰ मिल पैणगे। भाई लहणे ने हथ पैर धोते, थके हुए सन, लंगर पानी छकिया, जल पानी छकिया। जल पानी छकण तो बाद जिस वेले अंदर गए ना, दरवाजे विच जाके की वेख्या, तख्त दे उत्ते सामने गद्दी उत्ते बैठे, पता कौन बैठे? ਜਿਹੜੇ ਬਜ਼ੁਰਗ ਘੋੜੀ ਦੀ ਲਗਾਮ ਫੜ ਕੇ ਲਿਆਏ ਸਨ, ਜਿਹਦੇ ਦਰਸ਼ਨ ਲਈ ਆਇਆ ਸੀ। ਭਾਈ ਲਹਿਣਾ ਗੁਰੂ ਨਾਨਕ ਦੇ ਦਰਸ਼ਨ ਲਈ ਆਇਆ, ਦੇਖ ਕੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਤੇ ਇੱਕਦਮ ਮਨ ਚਕਰਾ ਗਿਆ। ਉਹ ਮਨਾ, ਇਹ ਤਾਂ ਉਹੀਓ ਗੁਰੂ ਹੈ ਜਿਹਦੇ ਮੈਂ ਦਰਸ਼ਨ ਕਰਨ ਆਇਆ, ਤੇ ਉਹੀ ਮੇਰੀ ਘੋੜੀ ਦੀ ਲਗਾਮ ਫੜ ਕੇ ਲਿਆਏ। ਕਿੱਡਾ ਮੈਂ ਗਲਤੀ ਕੀਤੀ। ਕੋਲ ਆਏ ਤੇ ਚਰਨਾਂ ਤੇ ਡਿੱਗ ਪਏ, ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ, ਆਇਆ ਤਾਂ ਸੀ ਕੁਝ ਲੈਣ ਲਈ, ਕੁਝ ਪੁੰਨ ਖੱਟਣ ਲਈ, ਪਰ ਮੈਂ ਗੁਨਾਹਗਾਰ ਹੋ ਗਿਆ। ਮੈਨੂੰ ਲੱਗਦਾ ਮੇਰੇ ਉੱਤੇ ਪਾਪ ਚੜ੍ਹ ਗਏ ਆ। ਮਹਾਰਾਜ ਹੱਸ ਕੇ ਕਹਿਣ ਲੱਗੇ, ਨਹੀਂ, ਜਿਹੜੇ ਸਤਸੰਗਤ ਵੱਲ ਆਉਂਦੇ ਆ ਉਹ ਕਦੇ ਪਾਪ ਨਹੀਂ ਕਮਾਉਂਦੇ, ਉਹਨਾਂ ਦੇ ਪੁੰਨ ਵੱਧਦੇ ਆ। ਕਹਿਣ ਲੱਗਾ, ਸਤਿਗੁਰੂ ਮੇਰੀ ਗਲਤੀ ਹੈ, ਮੈਂ ਆਪ ਨੂੰ ਪਹਿਚਾਣ ਨਹੀਂ ਸਕਿਆ। ਮੇਰੇ ਮਾਲਕ ਜੀਓ, ਮੈਂ ਘੋੜੀ 'ਤੇ ਸੀ ਅਤੇ ਆਪ ਪੈਦਲ ਸੀ। ਸਤਿਗੁਰੂ ਕਹਿੰਦੇ, ਤੇਰਾ ਨਾਂ ਕੀ ਹੈ? ਕਹਿੰਦਾ, ਜੀ ਮੇਰਾ ਨਾਂ ਲਹਿਣਾ। ਗੁਰੂ ਜੀ ਹੱਸ ਕੇ ਕਹਿੰਦੇ, ਭਾਈ ਤੂੰ ਲੈਣ ਵਾਲਾ ਤੇ ਅਸੀਂ ਦੇਣ ਵਾਲੇ। ਜਿੰਨਾ ਕੁਝ ਲੈਣਾ ਹੋਵੇ ਉਹ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਆ। ਇਉਂ ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨੂੰ ਕਹਿ ਕੇ ਆਪਣੇ ਚਰਨਾਂ ਨਾਲ ਜੋੜ ਲਿਆ। ਉਹਨਾਂ ਦੇ ਮਨ ਵਿੱਚ ਐਸੀ ਤਬਦੀਲੀ ਆਈ ਕਿ ਉਹ ਗੁਰੂ ਕਾ ਸਿੱਖ ਕੈਸੀ ਬਾਣੀ ਪੜ੍ਹਦਾ ਸੀ, ਉਹ ਗੁਰੂ ਕਾ ਸਿੱਖ ਜਿਹਦਾ ਜੀਵਨ ਬੜਾ ਕਮਾਲ ਸੀ, ਅੱਧੀ ਰੋਟੀ 'ਤੇ ਗੁਜ਼ਾਰਾ ਕੀਤਾ। ਇੱਕ ਇਹ ਜੀਵਨ ਹੈ ਗੁਰੂ ਨਾਨਕ ਦੇ ਘਰ ਦਾ। ਕਰਤਾਰਪੁਰ ਸਾਹਿਬ ਦਾ ਵਾਤਾਵਰਨ ਕੁਝ ਐਸਾ ਬਣਿਆ ਹੋਇਆ, ਹਰੇਕ ਗੁਰਸਿੱਖ ਆਪਣੀ ਕਿਰਤ ਵਿਰਤ ਕਰਦਾ ਹੈ, ਹਰੇਕ ਗੁਰਸਿੱਖ ਬਾਣੀ ਪੜ੍ਹਦਾ ਹੈ। ਨਾ ਕੋਈ ਝੂਠ ਬੋਲਣਾ, ਨਾ ਕੋਈ ਫਾਲਤੂ ਬੋਲਣਾ, ਨਾ ਕਿਸੇ ਦੀ ਨਿੰਦਾ, ਨਾ ਕਿਸੇ ਦੀ ਉਸਤਤੀ। ਹਰ ਕੋਈ ਆਪੋ ਆਪਣੇ, ਹਰ ਕੋਈ ਖਿੜੇ ਮੱਥੇ ਇੱਕ ਦੂਜੇ ਨੂੰ ਮਿਲਦਾ ਹੈ। ਮਨਾ, ਇਹ ਲੋਕ ਕਿੱਥੇ ਦੇ ਵਾਸੀ ਹੈ? ਦਰਅਸਲ ਗੁਰੂ ਨਾਨਕ ਦੇ ਘਰ ਦੇ ਸਿੱਖ ਉਸ ਸ਼ਹਿਰ ਦੇ ਵਾਸੀ ਜਿਹਦੀ ਕਦੇ ਬਾਬਾ ਰਵਿਦਾਸ ਜੀ ਨੇ ਮਨ ਵਿੱਚ ਕਲਪਨਾ ਕੀਤੀ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਧੋ ਨਹੀਂ ਤੇ ਠਾਉ। ਉਹ ਕਰਤਾਰਪੁਰ ਸਾਹਿਬ ਵਿਖੇ ਉਹਨਾਂ ਵੇਖਿਆ। ਜਦੋਂ ਗੁਰੂ ਘਰ ਉਹ ਵੇਖਿਆ ਨਾ, ਬਸ ਮਨ 'ਚ ਸੰਕਲਪ ਕਰ ਲਿਆ ਕਿ ਜਿਸ ਟਿਕਾਣੇ ਦੀ ਮੈਨੂੰ ਭਾਲ ਸੀ ਉਹ ਹੁਣ ਮੈਨੂੰ ਮਿਲ ਪਿਆ। ਪਰ ਫਿਰ ਵੀ ਆਪਣੇ ਸਾਥੀਆਂ ਦੀ ਖਿੱਚ ਸੀ, ਕਸ਼ਿਸ਼ ਸੀ ਮਨ ਵਿੱਚ। ਖਿੱਚ ਇਹ ਸੀ ਕਿ ਆਪਣੇ ਸਾਥੀ ਉਡੀਕ ਰਹੇ ਹੋਣਗੇ। ਚਲੋ ਰਾਤ ਉੱਥੇ ਹੀ ਠਹਿਰੇ, ਕੀਰਤਨ ਸੁਣਿਆ, ਗੁਰੂ ਕੀ ਸੰਗਤ ਵਿੱਚ ਰਹੇ। ਅਗਲਾ ਦਿਨ ਜਿਉਂ ਸਵੇਰ ਹੋਈ ਤੇ ਗੁਰਮੁਖੋ ਜਾਣ ਲਈ ਤਿਆਰ ਹੋਏ ਨਾ ਟਾਈਮ ਨਾਲ। ਜਿਸ ਵੇਲੇ ਇਸ਼ਨਾਨ ਪਾਣੀ ਕਰਕੇ ਜਾਣ ਦੀ ਤਿਆਰੀ ਕੀਤੀ, ਜਿਉਂ ਤਿਆਰੀ ਖਿੱਚੀ ਤਾਂ ਕੀ ਵੇਖਦੇ, ਸਵੇਰੇ ਅੰਮ੍ਰਿਤ ਵੇਲੇ ਹੀ ਇੱਕ ਮਾਈ ਦਰਵਾਜ਼ੇ 'ਚ ਝਾੜੂ ਲਾ ਰਹੀ ਆ। ਵੱਡਾ ਗੁਰੂ ਘਰ ਦਾ ਸਤਸੰਗ ਦਾ ਵਿਹੜਾ ਕਿੱਡਾ ਵੱਡਾ ਖੁੱਲ੍ਹਾ ਸਤਸੰਗ ਘਰ ਦਾ, ਧਰਮਸ਼ਾਲਾ ਦੇ ਬੂਹੇ 'ਤੇ ਇੱਕ ਮਾਈ ਝਾੜੂ ਲਾ ਰਹੀ। ਭਾਈ ਲਹਿਣੇ ਨੇ ਜਾ ਕੇ ਕੋਲ ਹੋ ਕੇ ਪੁੱਛਿਆ, ਮਾਈ ਇੰਨੇ ਟਾਈਮ ਨਾਲ, ਇੰਨੀ ਜਲਦੀ, ਕੌਣ ਹੋ ਤੁਸੀਂ ਜੋ ਐਡੀ ਸੇਵਾ ਦੀ ਭਾਵਨਾ? ਉਹਨਾਂ ਜਦੋਂ ਇਹਦੇ ਵੱਲ ਤੱਕਿਆ, ਕਹਿਣ ਲੱਗੀ, ਲਹਿਣਿਆ ਮੈਂ ਉਹੀ ਹਾਂ ਜਿਹਦੇ ਦਰ 'ਤੇ ਤੂੰ ਹਰ ਸਾਲ ਆਪਣੇ ਸਾਥੀਆਂ ਨੂੰ ਲੈ ਕੇ ਜਾਣਾ ਹੁੰਦਾ। ਮੈਂ ਉਹੀ ਉਹ ਦੇਵੀ ਹਾਂ ਜਿਹਨੂੰ ਜਾ ਕੇ ਤੂੰ ਮੱਥਾ ਟੇਕਦਾ। ਭਾਈ ਲਹਿਣੇ ਦੇ ਮਨ ਵਿੱਚ ਹੋਰ ਉਤਸੁਕਤਾ ਜਾਗੀ, ਮਾਈ ਇੱਥੇ ਕੀ ਕਰਨ ਆਈ? ਉਹਨੇ ਆਖਿਆ, ਲਹਿਣਿਆ ਦੁਨੀਆ ਦੇ ਲੋਕ ਮੇਰੇ ਤੋਂ ਮੰਗਦੇ, ਮੈਂ ਗੁਰੂ ਨਾਨਕ ਦੇ ਘਰੋਂ ਝਾੜੂ ਮਾਰ ਕੇ ਉਹ ਕੁਝ ਲੈ ਜਾਂਦੀ ਹਾਂ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇ। ਹੁਣ ਮਨ ਬਣ ਗਿਆ ਕਿ ਹੁਣ ਆਪਣੇ ਸਾਥੀਆਂ ਨੂੰ ਕਹਿ ਦੇਵਾਂ ਕਿ ਜਿੱਥੇ ਮੈਂ ਜਾਣਾ ਸੀ, ਜਿੱਥੇ ਮੇਰੀ ਮੰਜ਼ਿਲ ਸੀ, ਉਹ ਮੰਜ਼ਿਲ ਮੈਨੂੰ ਮਿਲ ਗਈ ਹੈ। ਆਪਣੇ ਸਾਥੀਆਂ ਕੋਲ ਭਾਈ ਲਹਿਣਾ ਜੀ ਗਏ, ਆਪਣੇ ਸਾਥੀਆਂ ਨੂੰ ਆਖਿਆ, ਗੁਰਮੁਖੋ ਮੈਂ ਤੇ ਜਿੱਥੇ ਤੱਕ ਜਾਣਾ ਸੀ ਮੇਰੀ ਯਾਤਰਾ ਹੋ ਗਈ ਆ ਪੂਰੀ, ਮੈਂ ਤੇ ਹੁਣ ਅੱਗੇ ਚਾਲੀ ਤੇ ਨਹੀਂ ਜਾਣਾ। ਤੁਹਾਡੀ ਮਰਜ਼ੀ ਜਾਓ, ਤੁਹਾਡੀ ਮਰਜ਼ੀ ਨਾ ਜਾਓ, ਮੇਰੀ ਯਾਤਰਾ ਮੁਕੰਮਲ ਹੋ ਗਈ। ਜਿੱਥੇ ਮੇਰਾ ਟਿਕਾਣਾ ਸੀ ਮੈਂ ਉੱਥੇ ਪਹੁੰਚ ਗਿਆ। ਸਾਥੀਆਂ ਨੇ ਆਖਿਆ, ਚਲੋ ਤੇਰੀ ਮਰਜ਼ੀ ਭਾਈ ਲਹਿਣਾ। ਉਸ ਦਿਨ ਤੋਂ ਬਾਅਦ ਭਾਈ ਲਹਿਣਾ ਆਪਣੇ ਨਗਰ ਚਲੇ ਗਏ, ਪਿੰਡ। ਕਿਹੜਾ ਨਗਰ? ਖਡੂਰ ਸਾਹਿਬ ਆ ਕੇ ਆਪ ਜੀ ਰਹਿਣ ਲੱਗ ਪਏ ਸਨ, ਕਿਉਂਕਿ
ਮਤੇ ਦੀ ਸਰਾਂ ਵਿੱਚ ਪਹਿਲਾਂ ਰਹਿੰਦੇ ਰਹੇ। ਇਹਨਾਂ ਦੇ ਪਿਤਾ ਹੀ ਖਡੂਰ ਸਾਹਿਬ ਆ ਗਏ ਸਨ। ਕਾਰਨ ਕਿਉਂਕਿ ਭਾਈ ਲਹਿਣੇ ਦਾ ਵਿਆਹ, ਜਾਣੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਵਿਆਹ, ਖਡੂਰ ਸਾਹਿਬ ਦੇ ਲਾਗੇ ਇੱਕ ਪਿੰਡ ਸੀ ਸੰਗਰ ਪਿੰਡ, ਉਸ ਜਗ੍ਹਾ ਕੀਤਾ ਗਿਆ। ਅਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਧਰਮ ਸੁਪਤਨੀ ਜਣੀ ਸਾਡੀ ਮਾਤਾ ਜਗਤ ਮਾਤਾ ਧੰਨ ਧੰਨ ਮਾਤਾ ਖੀਵੀ ਜੀ ਸਨ। ਮਾਤਾ ਖੀਵੀ ਜੀ ਦਾ ਜੀਵਨ ਵੀ ਬੜਾ ਸ਼ਾਨਦਾਰ ਹੈ। ਜਿਸ ਵੇਲੇ ਇਹ ਘਰ ਗਏ, ਜਾ ਕੇ ਆਪਣੀ ਧਰਮ ਸੁਪਤਨੀ ਨੂੰ ਆਖਿਆ, ਭਗਵਾਨੇ ਜਿਸ ਚੀਜ਼ ਦੀ ਮੈਨੂੰ ਅੰਦਰ ਤੜਪ ਸੀ, ਜਿਹਨੂੰ ਮੈਂ ਲੱਭ ਰਿਹਾ ਸੀ, ਦੇਖੋ ਕਿੰਨੀ ਕੁ ਉਮਰ, 28 ਸਾਲ ਦੀ ਉਮਰ ਕਿਤੇ ਬਹੁਤ ਜ਼ਿਆਦਾ ਹੁੰਦੀ, ਪਰ ਇੰਨੀ ਕੁ ਉਮਰ ਦੇ ਵਿੱਚ ਜਾ ਕੇ ਆਪਣੀ ਪਤਨੀ ਨੂੰ ਆਖਿਆ ਕਿ ਭਗਵਾਨੇ ਜਿਸ ਦੀ ਮੈਨੂੰ ਤਾਂ ਇਉਂ ਲੱਗਦਾ ਕਿ ਜਨਮਾਂ ਜਨਮਾਂ ਦੀ ਪਿਆਸ ਸੀ, ਜਿਸ ਦੀ ਮੈਨੂੰ ਖਿੱਚ ਸੀ, ਉਹ ਪੂਰਾ ਗੁਰੂ ਮੈਨੂੰ ਮਿਲ ਪਿਆ। ਹੁਣ ਮੈਨੂੰ ਤੇਰਾ ਸਹਿਯੋਗ ਚਾਹੀਦਾ। ਤੇ ਮਾਤਾ ਖੀਵੀ ਨੇ ਇੱਕ ਵਾਰ ਵੀ ਨਹੀਂ ਆਖਿਆ ਕਿ ਲਹਿਣਾ ਜੀ ਮੈਂ ਘਰ ਦਾ ਕੰਮਕਾਰ ਕਿਵੇਂ ਸਾਂਭਾਂਗੀ। ਉਹਨਾਂ ਆਖਿਆ ਤੁਸੀਂ ਗੁਰੂ ਨਾਨਕ ਦੇ ਘਰ ਦੀ ਸੇਵਾ ਕਰੋ ਰੱਜ ਕੇ, ਤੇ ਤੁਸੀਂ ਚਿੰਤਾ ਨਾ ਕਰੋ, ਮੈਂ ਘਰ ਦੀ ਜ਼ਿੰਮੇਵਾਰੀ ਸਾਂਭਾਂਗੀ। ਗੁਰੂ ਅੰਗਦ ਦੇਵ ਸਾਹਿਬ ਦੇ 2 ਪੁੱਤਰ ਸਨ, 2 ਪੁੱਤਰੀਆਂ ਸਨ। ਬਾਬਾ ਦਾਤੂ ਜੀ ਅਤੇ ਬਾਬਾ ਦਾਸੂ ਜੀ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਸਨ। 2 ਪੁੱਤਰੀਆਂ ਬੀਬੀ ਅਨੋਖੀ ਜੀ ਤੇ ਬੀਬੀ ਅਮਰੋ ਜੀ ਆਪ ਜੀ ਦੀਆਂ ਸ਼ਹਿਜ਼ਾਦੀਆਂ ਸਨ, ਆਪ ਜੀ ਦੀਆਂ ਪੁੱਤਰੀਆਂ ਸਨ। ਮਾਤਾ ਖੀਵੀ ਨੇ ਆਪਣੇ 4 ਬੱਚਿਆਂ ਨੂੰ ਬੜੇ ਤਰੀਕੇ ਨਾਲ ਸਾਂਭਿਆ ਅਤੇ ਨਾਲੋਂ ਨਾਲ ਆਪਣੀ ਕਿਰਤ ਵਿਰਤ ਕਰਦੇ ਰਹੇ। ਤੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਾਂ ਕਹਿ ਲਓ ਭਾਈ ਲਹਿਣਾ, ਮੁੜ ਗੁਰੂ ਨਾਨਕ ਦੇ ਘਰ ਚਲਾ ਗਿਆ, ਕਰਤਾਰਪੁਰ ਸਾਹਿਬ। ਕੋਈ ਲਹਿਣੇ ਤੋਂ ਅੰਗਦ ਦਾ ਸਫ਼ਰ ਇੰਨਾ ਸੁਖਾਲਾ ਨਹੀਂ ਸੀ ਗੁਰਮੁਖੋ। ਇੰਨਾ ਸੌਖਾ ਗੁਰੂ ਨਾਨਕ ਨੂੰ ਪਾਉਣਾ ਇੰਨਾ ਸੌਖਾ ਨਹੀਂ। ਜਿਹੜਾ ਗੁਰੂ ਨਾਨਕ ਸਿੱਧਾਂ ਤੋਂ ਨਹੀਂ ਜਿੱਤਿਆ ਗਿਆ, ਜਿਹੜਾ ਗੁਰੂ ਨਾਨਕ ਜੋਗੀਆਂ ਤੋਂ ਨਹੀਂ ਜਿੱਤਿਆ ਗਿਆ, ਜਿਹੜੇ ਗੁਰੂ ਨਾਨਕ ਨੂੰ ਸਿੱਧ ਜੋਗੀ ਗੋਸ਼ਟੀਆਂ ਕਰਕੇ ਰਿੱਧੀਆਂ ਸਿੱਧੀਆਂ ਦੇ ਨਾਲ ਜਿੱਤ ਨਹੀਂ ਸਕੇ। ਵੱਡੇ ਵੱਡੇ ਕਾਜੀ ਮੌਲਵੀ ਮੁਲਾਨੇ, ਵੱਡੇ ਵੱਡੇ ਪੰਡਤ ਸਿਜਦਾ ਕਰਦੇ ਰਹੇ। ਜਿਸ ਬਾਬੇ ਨਾਨਕ ਦੇ ਚਰਨਾਂ ਨਾਲ ਮੱਕਾ ਘੁੰਮਦਾ ਹੈ, ਜਿਸ ਬਾਬੇ ਨਾਨਕ ਨੂੰ ਯੋਗੀ ਕਹਿੰਦੇ ਆ ਧੰਨ ਨਾਨਕ ਤੇਰੀ ਵੱਡੀ ਕਮਾਈ, ਉਹ ਬਾਬੇ ਨਾਨਕ ਦੇ ਦਿਲ ਵਿੱਚ ਥਾਂ ਕਰਨੀ ਕੋਈ ਸੌਖੀ ਨਹੀਂ ਸੀ। ਇਹਦੇ ਲਈ ਭਾਈ ਲਹਿਣਾ ਹੀ ਹੋਣਾ ਚਾਹੀਦਾ। ਤੇ ਭਾਈ ਲਹਿਣੇ ਨੇ ਉਹ ਕੰਮ ਕੀਤਾ ਜੋ ਬਾਣੀ ਵਿੱਚ ਕਹਿੰਦੇ ਆ, ਮਹਾਰਾਜ ਸਾਹਿਬ ਕਹਿੰਦੇ ਆ, ਗੁਰੂ ਸਾਹਿਬ ਕਹਿੰਦੇ ਆਪ ਗਵਾਈਐ ਤਾਂ ਸੋ ਪਾਈਐ, ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ, ਸੋ ਦਿਨ ਲੇਖੈ ਕਾਮਨ ਨੌ ਨਿਧ ਪਾਈ। ਆਪਾਂ ਗਵਾਇਆ। ਪਹਿਲੇ ਦਿਨ ਆਪਣੇ ਘਰੋਂ ਲੂਣ ਦੀ ਪੰਡ ਲੈ ਕੇ ਗਏ ਗੁਰੂ ਘਰ ਲਈ, ਲੰਗਰ ਲਈ। ਆਪਣੇ ਪਿੰਡੋਂ ਕਿੰਨੀ ਦੂਰ, ਖਡੂਰ ਤੋਂ, ਖਡੂਰ ਸਾਹਿਬ ਬਣਿਆ ਜਿਹੜਾ, ਚੱਲ ਕੇ ਕਰਤਾਰਪੁਰ ਸਾਹਿਬ ਗਏ। ਸਿਰ ਤੇ ਪੰਡ ਚੁੱਕੀ, ਪਹਿਲਾਂ ਘਰੇ ਜਾ ਕੇ ਲੂਣ ਲਾਇਆ। ਉਸ ਤੋਂ ਬਾਅਦ ਪੁੱਛਿਆ ਮਾਤਾ ਜੀ ਨੂੰ, ਮਾਤਾ ਧੰਨ ਧੰਨ ਮਾਤਾ ਸੁਲੱਖਣੀ ਜੀ ਨੂੰ, ਸਾਡੀ ਮਾਂ ਜਗਤ ਮਾਤਾ, ਉਹਨਾਂ ਨੂੰ ਪੁੱਛਿਆ ਗਿਆ ਗੁਰੂ ਸਾਹਿਬ ਕਿੱਥੇ ਆ। ਉਹਨਾਂ ਆਖਿਆ ਗੁਰੂ ਨਾਨਕ ਦੇਵ ਮਹਾਰਾਜ ਸਮੇਤ ਸਿੱਖਾਂ ਦੇ ਆਪਣੇ ਖੇਤਾਂ ਵਿੱਚ ਗਏ ਹੋਏ ਹਨ। ਗੁਰੂ ਨਾਨਕ ਜੀ ਗੁਰਮੁਖੋ ਆਪ ਆਪਣੇ ਹੱਥੀਂ ਕਿਰਤ ਕਰਦੇ ਸਨ। ਇਹ ਕਿਰਤ ਵੀ ਗੁਰੂ ਨਾਨਕ ਦੇ ਘਰ ਦੀ ਸਾਧ ਸੰਗਤ ਖਾਸੀਅਤ ਹੈ। ਜਿਹੜਾ ਬੰਦਾ ਕਿਰਤੀ ਨਹੀਂ, ਉਹਦਾ ਮਨ ਸ਼ਾਂਤ ਨਹੀਂ ਹੋ ਸਕਦਾ। ਸੱਚ ਜਾਣਿਓ, ਜੋ ਕਿਰਤ ਦੀ ਕਮਾਈ ਦੇ ਵਿੱਚੋਂ ਸਬਰ ਹੈ, ਉਹ ਤਾਂ ਭਾਈ ਲਾਲੋ ਹੀ ਦੱਸ ਸਕਦਾ ਹੈ। ਜੋ ਲੋਕਾਂ ਦੀ ਧੱਕੇ ਨਾਲ, ਬੇਈਮਾਨੇ ਦੇ ਨਾਲ ਭਾਵੇਂ ਲੱਖਾਂ ਵੀ ਇਕੱਠੇ ਕਰ ਲਓ, ਉਹਦੇ ਨਾਲ ਸਕੂਨ ਨਹੀਂ। ਉਹ ਮਲਕ ਭਾਗੋ ਬਣ ਸਕਦਾ ਹੈ, ਉਹਦੀਆਂ ਪੂਰੀਆਂ 'ਚੋਂ ਦੁੱਧ ਨਹੀਂ, ਉਹਦੀਆਂ ਪੂਰੀਆਂ 'ਚੋਂ ਖੂਨ ਨਿਕਲ ਸਕਦਾ ਹੈ। ਗੁਰੂ ਨਾਨਕ ਦੀ ਖੁਸ਼ੀ ਸੱਚੀ ਸੁੱਚੀ ਕਿਰਤ ਵਿੱਚੋਂ ਹੀ ਹੋ ਸਕਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਹਲ ਵਾਹੁੰਦੇ ਸਨ, ਇਤਿਹਾਸ ਗਵਾਹ ਹੈ। ਆਪ ਆਪਣੇ ਹੱਥੀਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾਤਰੀ ਫੜ ਕੇ ਕਣਕ ਵੱਢਦੇ ਸਨ। ਆਪ ਆਪਣੇ ਹੱਥੀਂ ਗੁਰੂ ਨਾਨਕ ਦੇਵ ਮਹਾਰਾਜ ਕਈ ਫੜ ਕੇ, ਖੁਰਪਾ ਰੰਬੀ ਫੜ ਕੇ ਜ਼ਮੀਨ ਨੂੰ ਗੁੱਡਦੇ ਸਨ, ਪਾਣੀ ਲਾਉਂਦੇ ਸਨ। ਤੇ ਜਿੱਥੇ ਆਪ ਕਿਰਤ ਕਰਦੇ ਸਨ, ਉੱਥੇ ਨਾਮ ਜਪਣਾ, ਵੰਡ ਛਕਣ ਦਾ ਉਪਦੇਸ਼ ਗੁਰੂ ਪਾਤਸ਼ਾਹ ਬਰਾਬਰ ਹੀ ਦਿੰਦੇ ਸਨ। ਜਿਸ ਵੇਲੇ ਆਪ ਜੀ ਗੁਰੂ ਘਰ ਪਹੁੰਚੇ, ਖੇਤ ਵਿੱਚ ਪਹੁੰਚੇ ਭਾਈ ਲਹਿਣਾ ਜੀ, ਉਸ ਵੇਲੇ ਉਹਨਾਂ ਵੇਖਿਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਘਾਹ ਇਕੱਠਾ ਕਰਕੇ ਪੰਡ
चुकन लगे आ, आप अगे चले गए, सच्चे पातशाह मैनू सेवा दे दिओ। गुरु नानक देव महाराज ने घाह की पंड इन्हां दे सिर ते रखा दी। इन्हां दे सोहणे वस्त्र पाए हुए सन, रेशमी कपड़े सन, घरों व्यापारी सन। पहलां भी घरों जदों गए, बीबी खीवी ने बड़े चाअ नाल भेजिया, करो गुरु की सेवा। ये भी भागां वालियां बीबियां हुंदियां भाई, माइयां। धन है वो जो अपने बच्चों नूं, अपने परिवार नूं, अपने पति नूं, अपने धीआं पुत्तां नूं गुरमुखो गुरसिੱਖੀ नाल जोड़न। वो माइयां सच धन है, उन्हां नूं सिजदा है। माता खीवी का जिक्र गुरु ग्रंथ साहब की बाणी विच आउंदा है। सत्ता बलवंडा कहंदा माता खीवी कोल बह के इउं महसूस हुंदा है जिवें बहुत धुप दे विच, जैसे ताप ते निर्मल घामा, जिवें तपदी धुप दे विच किसे ठंडे संघने पत्तियां वाले ठंडे रुख दे हेठां बैठ जाइए तो छां महसूस हुंदी ना, इउं माता खीवी दे कोल बैठिया मन नूं शांति मिलती है। तो जिस वेले गुरु नानक देव महाराज ने घाह की पंड सिर ते चुकाई, भाई लैणा जी घाह की पंड चुक के लियाए। घाह दे विचों थोड़ा थोड़ा पानी डुलदा है, थोड़ा थोड़ा एक एक बूंद करके चिक्कड़ थल्ले डिगदा है। पानी दे नाल थोड़ी थोड़ी मिट्टी, क्योंकि घाह दीआं जड़ां नूं लगी हुई सी, वो मिट्टी घुल के आप दी जामे उत्ते पै रही है। ज्यों भाई लैणे दी जामे उत्ते मिट्टी पई ते गुरमुखो सारा जामा भिज गया। घर तक आउंदिआं पंड सुੱਟ ਦਿੱਤੀ थल्ले। ते माता जी, माता सुलखणी ने वेख्या, गुरु नानक देव महाराज नूं आख्या, पातशाह जी महाराज जी ये सिख अज गुरु घर आया, पहली बार सेवा ते आया, पहला अपने पिंडों लूण की पंड चुक के लियाया, शरीर इहदा थक्का सी, वजन भारा सी, हुण फिर तुसीं इहनूं वजन चुका दिता और इहदे शरीर दे उत्ते आ कपड़ियां दे उत्ते मिट्टी ला दित्ती। गुरु नानक देव साहब हस के कहण लगे, सुलखणी ये मिट्टी नहीं, ये केसर दे छिट्टे है। इतिहासकार कहंदे आ जिस वेले माता सुलखणी ने मुड़ वेख्या, सचमुच ही वो मिट्टी नहीं सी, वो केसर दे ही छिट्टे सन। और दूसरा बचन गुरु नानक देव महाराज ने आख्या, सुलखणी है ये सिर के उत्ते सच्ची मुच्ची भार पैना दुनिया का, जे दो पंडां का भार नहीं चुकेगा दुनिया का भार किद्दां सांभेगा। इशारा कर दिता। फिर भाई लैणा ने ऐसी सेवा की। गुरमुखो जिहड़ी मर्दां वाली असल काल है, गुरु नानक देव महाराज साहिब सच्चे पातशाह का उन्हें कदे वचन नहीं मोड़े। गुरु नानक देव महाराज नूं अपना रब समझिया। एक वार ते कई बार ऐसियां घटनावां होईयां जो अनोखियां ही ने। गुरु नानक देव महाराज सच्चे पातशाह के दर्शनां दे लई संगतां चल के आईयां। रात का टाइम संगत आ गई, वेख्या इन्नी संगत है, एकदम संगतां कहंदियां महाराज भुख लगी है, लंगर किदां तैयार होवे। गुरु नानक देव जी ने आख्या, अपने बेड़े विच एक रुख खड़ा सी, अपने पुत्र वाल इशारा करके आख्या, श्री चंद जी नूं बेटा इउं कर, थल्ले चादर विछाओ, रुख दे उत्ते चढ़ो, रुख दे उत्ते चढ़ के टाणे नूं हिलाओ, रुख दे उत्तों जलेबियां डिगणियां ने, रुख दे उत्तों लड्डू डिगणे है, रुख दे उत्तों पेड़े डिगणे है, बर्फियां डिगणगियां, तुसीं दरख्त नूं हिलाओ। ते जदों ये गल गुरु नानक देव जी ने आखी, बाबा श्री चंद जी ने सोचा कि गुरु जी हासा करते पे। कहन लगे, महाराज सारी संगत वेखदी पई है, सारे गुरसिख वेख रहे हैं, कदे रुखां दे उत्तों भी महाराज लड्डू जलेबियां ते बर्फियां डिगदियां, इदां किवें हो सकता है? महाराज तुसी आग्ञा दो, लंगर बना लईए, जल्दी बन जाएगा। गुरु नानक देव ने भाई लैणे नूं आख्या, लैणिया तू इउं कर, तू इस दरख्त दे उत्ते चढ़, टाणे नूं हिला। भाई लैणा जदों जाण लगा ना जी, ते बाबा श्री चंद जी ने बांह फड़ के आख्या, लैणिया तैनूं नहीं लगदा गुरु जी हासा करते पे? कदे रुख दे उत्तों भी जलेबियां, लड्डू, पेड़े, बर्फियां डिग्गियां, बालोशाहियां डिग्गियां। भाई लैणे ने जो शरधा नाल वचन किया, शायद इस चीज़ की कमी सी। भाई लैणे ने आख्या, कहन लगा, बाबा जी शहजादा जी मैनू नहीं पता रुख तो तुक्के डिगने जां लड्डू, पत्ते डिगने जां बर्फियां, फुੱਲ डिगने जां बालोशाहियां, कंडे डिगने जां कुछ होर डिगना है, मैनू सिर्फ इन्ना पता है, मेरे गुरु का हुक्म है दरख्त ते चढ़ना, टाणा हिलाना,
मैं गुरु का हुक्म मनना है, उस तो बालो शाहियाँ या लड्डू डेगना ये काम गुरु नानक दा, गुरु दियाँ गुरु जाने। सिख नूं जो हुक्म होया सिखो काम करे। ते भाई लैणे दी ये शरधा, ये विश्वास, होर भी सिख सन पर भाई लैणे दा गुरु नानक देव मर ते अटुट विश्वास। गुरु नानक देव जी अमृत वेले इशनान करन रावी दरिया कोल दी वगदा सी, उत्थे जाया करते सन। पहलां बेई नदी विच ते बाद विच रावी दरिया के कंढे करतारपुर वसिया सी। जिस वेले गुरु नानक देव जी रावी दरिया ते इशनान करन जांदे सन ते कुछ सिख आपदे नाल जांदे। एक दिन ऐसा होया भाई लहणा भी नाल, गुरु नानक देव रावी दरिया विच इशनान करन गए। रावी दरिया विच ऐसा तूफान आया, ऐसियां लहरां आईयां कि जिहड़े दूसरे सिख सन साध संगत तो घबरा गए। अपने आप को बचाउण लई कोई किसी दरख्त के पिछे चला गया, कोई किते चला गया, कोई किते चला गया। केवल भाई लहणा सी जो उत्थे ही खड़ा रहा। ठंड भी बड़ी सी। गुरु नानक देव जी कुछ समय बाद इशनान करके वापस आए तो आखण लगे, लहणिया बड़ा तूफान आया सी, ठंड बड़ी पैंदी है, तू नहीं गया अपने बचा दे लई। भाई लहणे दे हत्थ जुड़ गए, सच्चे पातशाह तुहाडे दर नूं छड्ड के मैं कित्थे जा सकदा, तुहानूं छड्ड के। जे गुरु साहब तुहाडे चरनां विच मैं महफूज नहीं, जे तुहाडे चरनां विच मेरा बचा नहीं, तो दुनिया की कोई ऐसी थां नहीं जिथे मेरा बचा हो जाएगा। मैनूं पता है मेरी रक्षा मेरे गुरु ने ही करनी। दिनों दिन भाई लहणा गुरु नानक देव महाराज की नज़र विच पूरे उतरते गए। लोटा गुरु नानक देव जी ने एक लोटा पानी विच सुट दिता चिक्कड़ विच। अपने सहजादिਆਂ ਨੂੰ आख्या कि पुत्रो लोटा कड्डो। उन्हें आख्या महाराज जे लोटा कड्ढना ही सी फिर सुट्टिया क्यों विच, साडे कपड़े लिबड़ जाणगे। भाई लहणे नूं आख्या लहणिया लोटा लिया। उन्हें सने कपड़े पानी विच छाल मार दी, लोटा चुक के लियांदा। क्योंकि गुरु के उत्ते शरधा विश्वास ही बेड़ा पार लाउंदा है। कोई बंदा आखे कि चतराइयां कोई चलाकियां नाल गुरु नूं पा ले, ऐसा नहीं। गुरु नाल नहीं चलदी, गुरु दे नाल केवल प्रेम विश्वास का राह चलदा है। जे उत्थे धर्मशाला विच किते चूही मरी देख लई, सहजादियां नक चाड़ लिया, भाई लहणे नूं आख्या उन्हां फड़ के सुट्टी बाहर। ऐसी शरधा। जे गुरु नानक देव महाराज ने सिखां दी परख कीती, सिखां नूं आख्या जाके वेखो बाहरले पासे दिन चढ़िया जा रात है, ते सिख जाके उत्ते नूं वेखदा महाराज अद्धी रात है। दूसरे नूं पुछया जा बाहर दस की है, उन्हें आख्या महाराज मैं जिमींदारे घराने नाल संबंध रखदा, मैनूं चंद्रमा अते अपने चंद्रमा की रोशनी अते अपने परछावे तो अंदाजा लग जाता है हजे अद्धी रात है। तो भाई लहणे नूं आख्या लहणिया तू वेख किन्ना क दिन किन्नी क रात गई ते किन्नी क रात रहिंदी है, कदों क दिन चढ़ना है। भाई लहणा गुरु जी का हुक्म मन के गया तो जरूर वापस आया। तो जदों महाराज ने पूछा किन्नी क रात गई, उन्हें नहीं आख्या महाराज अद्धी रात लंघ गई तो अद्धी रह गई। अपनी मत अपनी चतराई अपनी सियाणप ते रखे दत्ती ना गुरु के चरणों। उन्हें आख्या सच्चे पातशाह जिन्नी क रात तुसी लंघा दत्ती उन्नी क लंघ गई, जिन्नी रात तुसी रखी है उन्नी रह गई। जदों तुसी चाहोगे उदों दिन चढ़ जाएगा, जे तुसी नहीं चाहोगे तो अनंत काल तक दिन की की ताकत सूरज की की ताकत की चमक जाए। गुरु नानक महाराज ये दिन अते रात का कादर तू खुद है। ऐसी शरधा पाई लैने। तो फिर वो भी समा आया साध संगत, क्योंकि मैं समाप्ति वल वधा, वो भी समा आया जिस वेले भाई लहणा गुरु अंगद बनया। गुरु नानक देव महाराज ने परख होर कई परखां दे विचों फिर आखिरी समा इन्हां दी परख ये भी कीती, अपना रूप ऐसा बना लिया जिन्हों धानक रूप रहा करता। फटे कपड़े चादर मैली ऐदां ढिला जा दस्तारा बन लिया, हथ दे विच सोटा फड़ लिया ते अगे अगे चल पे। नाल कुछ एक स्वान दो स्वानी नाल कुछ कुत्ते कुत्तियां नाल ला लए। जिहड़ा सिख नेड़े आवे उहदे रोड़ा मारन, उहनूं झिड़कां मारन, उहनूं धक्का मारन। जिहड़ा ज़्यादा नेड़े आवे उहदे सोटा मारन। जदों गुरु नानक देव जी इदां जा रहे सन ना,
ਪਹਿਲਾਂ ਪਹਿਲਾਂ ਤੇ ਜਿਹੜੇ ਆਏ ਮਹਾਰਾਜ ਨੇ ਕੁਝ ਸੋਨਾ ਸੁੱਟਿਆ, ਉਹ ਚੁੱਕ ਕੇ ਲੈ ਗਏ ਕਹਿੰਦੇ ਆ, ਕੁਝ ਪੈਸੇ ਸੁੱਟੇ ਉਹ ਚੁੱਕ ਕੇ ਲੈ ਗਏ, ਕੁਝ ਹੋਰ ਸੁੱਟਿਆ ਉਹ ਲੈ ਗਏ, ਸਾਰੇ ਮੁੜਦੇ ਗਏ ਪਰ ਭਾਈ ਲਹਿਣਾ ਨਹੀਂ ਮੁੜਿਆ। ਜੰਗਲ ਵਿੱਚ ਚਲੇ ਗਏ, ਮਹਾਰਾਜ ਨੇ ਪੱਥਰ ਮਾਰਿਆ ਉਹ ਵੀ ਵੱਜ ਗਿਆ, ਨੇੜੇ ਆਇਆ ਸੋਟਾ ਮਾਰਿਆ ਉਹ ਵੀ ਵੱਜ ਗਿਆ। ਜਦੋਂ ਭਾਈ ਲਹਿਣਾ ਨਾ ਗਿਆ, ਪਿੱਛੇ ਪਿੱਛੇ ਗੁਰੂ ਨਾਨਕ ਦੇਵ ਦੇ ਗਿਆ, ਕੱਲਾ ਹੀ ਰਹਿ ਗਿਆ, ਕੋਈ ਪਿੱਛੇ ਨਾ ਰਿਹਾ। ਮਹਾਰਾਜ ਨੇ ਆਖਿਆ ਲਹਿਣਿਆ ਤੂੰ ਕਿਉਂ ਨਹੀਂ ਜਾਂਦਾ, ਤੂੰ ਵੀ ਚੱਲ ਜਾ। ਬਾਕੀ ਦੇ ਚਲੇ ਗਏ, ਭਾਈ ਲਹਿਣਾ ਗੁਰੂ ਨਾਨਕ ਦੇ ਚਰਨਾਂ ਨਾਲ ਲਿਪਟ ਗਿਆ। ਗੁਰੂ ਨਾਨਕ ਤੇਰੇ ਦਰ ਬਿਨਾ ਮੈਂ ਜਾਵਾਂ ਕਿੱਥੇ, ਮੈਨੂੰ ਕੋਈ ਰਾਹ ਨਹੀਂ, ਮੈਨੂੰ ਕੋਈ ਟਿਕਾਣਾ ਹੈ, ਮੇਰੇ ਲਈ ਮੇਰੇ ਮਾਲਕ ਤੂੰ ਹੀ ਤੂੰ ਹੈ। ਬਸ ਗੁਰੂ ਨਾਨਕ ਦੇਵ ਮਹਾਰਾਜ ਐਸੇ ਖੁਸ਼ ਹੋਏ, ਬਾਂਹ ਫੜੀ, ਗਲ ਨਾਲ ਲਾ ਲਿਆ, ਆਖਿਆ ਲੈਣਿਆ ਤੂੰ ਮੈਨੂੰ ਜਿੱਤ ਲਿਆ। ਦੇਖੋ ਜਿਹੜੇ ਗੁਰੂ ਨਾਨਕ ਨੂੰ ਕੋਈ ਨਹੀਂ ਜਿੱਤ ਸਕਿਆ, ਮੈਂ ਅੱਜ ਤੋਂ ਤੇਰੇ ਦਿਲ ਵਿੱਚ ਹਾਂ, ਤੂੰ ਹੀ ਮੋਹੀ ਮੋਹੀ ਤੂੰ ਹੀ ਹੋ ਗਿਆ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਅੰਗ ਨਾਲ ਲਾ ਕੇ ਉਸ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾਇਆ ਔਰ ਆਪਣੀ ਗੁਰਿਆਈ ਗੱਦੀ ਬਖਸ਼ਿਸ਼ ਕਰਕੇ ਸਾਧ ਸੰਗਤ ਆਪ ਸੱਚਖੰਡ ਬਿਆਨਾ ਕਰ ਗਏ। ਐਸੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ, ਉਹਨਾਂ ਦੇ ਜੀਵਨ ਦੇ ਕੌਤਕ ਹੋਰ ਬੜੇ ਆ, ਪਰ ਸਮੇਂ ਅਨੁਸਾਰ ਆਪਾਂ ਇੱਥੇ ਵਿਰਾਮ ਦੇਵਾਂਗੇ। ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਮੁੱਚੀ ਗੁਰਸਿੱਖ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਬੇਅੰਤ ਬੇਅੰਤ ਵਧਾਈਆਂ। ਕਾਬਲ ਅਫਗਾਨਿਸਤਾਨ ਦੀ ਗੁਰੂ ਕੀ ਪਿਆਰ ਵਾਲੀ ਗੁਰਸਿੱਖ ਸੰਗਤ ਨੂੰ ਗੁਰੂ ਅੰਗਦ ਦੇਵ ਮਹਾਰਾਜ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ। ਇਸੇ ਤਰ੍ਹਾਂ ਹੀ ਆਪ ਜੀ ਨੇ ਹਾਜ਼ਰੀਆਂ ਲਵਾਉਣੀਆਂ ਨੇ। ਸ਼ਾਮ ਦਾ ਦੀਵਾਨ ਵੀ ਹੈ, ਜਿਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਆਪਾਂ ਗੁਰਮਤਿ ਵਿਚਾਰਾਂ ਕਰਨੀਆਂ ਹਨ, ਉਹਦੇ ਵਿੱਚ ਹਾਜ਼ਰੀਆਂ ਲਵਾਉਣੀਆਂ ਹਨ। ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।